Attention Outlook। गौड़ी कबीर की। जब हम एको एक कर जाने तब लोगां काहे दुख माने। ਭਗਤ ਕਬੀਰ ਜੀ ਮੁਸਲਿਮ ਫੈਮਿਲੀ ਦੇ ਵਿੱਚ ਪੈਦਾ ਹੋਏ ਸਨ, ਮੁਸਲਿਮ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ ਤੇ ਇਸਲਾਮ ਦੇ ਵਿੱਚ ਅੱਲਾ ਨੂੰ ਹੀ ਰੱਬ ਮੰਨਿਆ ਜਾਂਦਾ ਹੈ, ਪਰਮਾਤਮਾ ਮੰਨਿਆ ਜਾਂਦਾ ਹੈ। ਅੱਲਾ ਸ਼ਬਦ ਦੇ ਨਾਲ ਇੱਕ ਖਾਸ ਲਗਾਵ ਹੈ। ਜੋ ਇਸਲਾਮ ਨੂੰ ਮੰਨਦਾ ਹੈ ਉਹ ਰਾਮ ਨੂੰ ਭਗਵਾਨ ਨਹੀਂ ਮੰਨ ਸਕਦਾ, ਅੱਲਾ ਨੂੰ ਭਗਵਾਨ ਮੰਨੇਗਾ, ਰੱਬ ਮੰਨੇਗਾ। ਪਰ ਭਗਤ ਕਬੀਰ ਜੀ ਨੇ ਨਾਮ ਨੂੰ ਛੱਡ ਕੇ ਉਹ ਅੱਲਾ ਸ਼ਬਦ ਤੇ ਅੱਲਾ ਨਾਮ ਤੇ ਨਹੀਂ ਗਏ। ਉਹਨਾਂ ਨੇ ਕਿਹਾ ਕਿ ਉਹ ਸ਼ਕਤੀ ਇੱਕ ਹੈ, ਉਹ ਪਰਮਾਤਮਾ ਇੱਕ ਹੈ ਤੇ ਉਹਨਾਂ ਨੇ ਉਸ ਪਰਮਾਤਮਾ ਨੂੰ ਇੱਕ ਕਰਕੇ ਮੰਨ ਲਿਆ। ਤੇ ਜ਼ਾਹਿਰ ਜਿਹੀ ਗੱਲ ਹੈ ਕਿ ਉਹਨਾਂ ਦੀ ਜੋ ਬਰਾਦਰੀ ਹੈ, ਜੋ ਇਸਲਾਮਿਕ ਪਰਿਵਾਰ ਦੇ ਵਿੱਚ ਉਹ ਪੈਦਾ ਹੋਏ ਤੇ ਉਹਨਾਂ ਦਾ ਜੋ ਆਂਢ ਗੁਆਂਢ ਹੋਏਗਾ, ਉਹਨਾਂ ਦੀ ਜਾਣ ਪਛਾਣ ਦੇ ਇਸਲਾਮ ਨੂੰ ਮੰਨਣ ਵਾਲੇ ਲੋਕ ਹੋਣਗੇ, ਉਹਨਾਂ ਨੇ ਬੁਰਾ ਮਨਾਇਆ ਹੋਏਗਾ। ਤੇ ਇਸ ਕਰਕੇ ਇਹ ਪੰਕਤੀਆਂ ਲਿਖੀਆਂ ਜਾਪਦੀਆਂ ਹਨ। ਕਹਿੰਦੇ ਨੇ ਜਬ ਹਮ ਏਕੋ ਏਕ ਕਰ ਜਾਣੇ ਆ, ਕਿ ਜਦੋਂ ਮੈਂ ਇਹ ਸਮਝ ਲਿਆ ਹੈ ਕਿ ਸਭ ਥਾਈਂ ਇੱਕ ਪਰਮਾਤਮਾ ਹੀ ਵਿਆਪਕ ਹੈ, ਤਬ ਲੋਕਾਂ ਕਾਹੇ ਦੁੱਖ ਮਾਨੇ ਆ, ਤਾਂ ਲੋਕਾਂ ਨੇ ਇਸ ਗੱਲ ਦਾ ਬੁਰਾ ਕਿਉਂ ਮਨਾਇਆ ਹੈ। ਹਮ ਅਪੱਤਾ ਆਪਣੀ ਪਤ ਖੋਈ, ਹਮਰਾ ਖੋਜ ਪਰੋ ਮਤ ਕੋਈ ਰਹਾਓ। ਉਹ ਕਹਿੰਦੇ ਮੈਂ ਨਿਸੰਗ ਹੋ ਗਿਆ ਹਾਂ। ਅਪੱਤਾ ਤੋਂ ਭਾਵ ਬੇਪੱਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨਾ ਰਹਿ ਜਾਏ। ਕਬੀਰ ਜੀ ਕਹਿੰਦੇ ਮੈਂ ਬੇਪੱਤਾ ਹੋ ਗਿਆ ਹਾਂ, ਨਿਰਲੱਜ ਹੋ ਗਿਆ ਹਾਂ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ। ਆਮ ਤੌਰ 'ਤੇ ਜੋ ਇਨਸਾਨ ਹੈ ਉਹਨੂੰ ਇੱਜ਼ਤ ਦੀ ਬੜੀ ਫਿਕਰ ਹੁੰਦੀ ਹੈ, ਉਹਨੂੰ ਆਪਣੀ ਵਡਿਆਈ ਕਰਵਾਉਣ ਦੀ ਬੜੀ ਤਾਂਘ ਹੁੰਦੀ ਹੈ। ਉਹਨੂੰ ਹੁੰਦਾ ਹੈ ਕਿ ਕੋਈ ਵੀ ਉਹਦੇ ਬਾਰੇ ਬੁਰਾ ਨਾ ਆਖੇ। ਪਰ ਜਦ ਪ੍ਰਮਾਤਮਾ ਦੇ ਨਾਲ ਪ੍ਰੀਤ ਜੁੜ ਜਾਏ ਤਾਂ ਦੁਨਿਆਵੀ ਪੱਧਰ 'ਤੇ ਕੋਈ ਤੁਹਾਨੂੰ ਕੀ ਕਹਿ ਰਿਹਾ ਹੈ ਇਹਦੇ ਨਾਲ ਫਰਕ ਹੀ ਪੈਣੋਂ ਹਟ ਜਾਂਦਾ ਹੈ। ਇਹੀ ਗੱਲ ਕਬੀਰ ਜੀ ਕਹਿ ਰਹੇ ਨੇ ਕਿ ਹਮ ਅਪੱਤਾਂ ਆਪਣੀ ਪਤ ਖੋਈ, ਹਮਰਾ ਖੋਜ ਪਰੋ ਮਤ ਕੋਈ। ਭਾਈ ਤੁਹਾਨੂੰ ਆਪਣੀ ਵਡਿਆਈ ਦੀ ਫਿਕਰ ਹੈ, ਤੁਹਾਨੂੰ ਚਾਹੀਦਾ ਹੈ ਕਿ ਤੁਹਾਡੀ ਲੋਕ ਵਡਿਆਈ ਕਰਨ, ਤਾਂ ਇਸ ਕਰਕੇ ਮੇਰੇ ਰਸਤੇ 'ਤੇ ਨਾ ਤੁਰੋ। ਹਮਰਾ ਖੋਜ ਤੋਂ ਭਾਵ ਕਿ ਮੇਰਾ ਰਸਤਾ, ਜਿਸ ਰਾਹ 'ਤੇ ਮੈਂ ਚੱਲ ਪਿਆ ਹਾਂ, ਇਸ ਰਾਹ 'ਤੇ ਤੁਸੀਂ ਨਾ ਚੱਲੋ, ਕਿਉਂਕਿ ਜੇ ਇਸ ਰਾਹ 'ਤੇ ਚੱਲਣਾ ਹੈ ਤਾਂ ਇੱਜ਼ਤ ਤੇ ਬੇਇੱਜ਼ਤੀ ਦੀ ਫਿਕਰ ਛੱਡਣੀ ਪਏਗੀ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਜੇਕਰ ਮੈਂ ਭੈੜਾ ਹਾਂ ਤਾਂ ਆਪਣੇ ਅੰਦਰ ਭੈੜਾ ਹਾਂ, ਕਿਸੇ ਨਾਲ ਮੈਂ ਕੋਈ ਭੈੜ ਨਹੀਂ ਕਮਾਉਂਦਾ, ਕਿਸੇ ਨਾਲ ਮੈਂ ਕੋਈ ਬੁਰਾ ਭਲਾ ਨਹੀਂ ਕਹਿੰਦਾ, ਕਿਸੇ ਦਾ ਦਿਲ ਨਹੀਂ ਦੁਖਾਉਂਦਾ। ਜੇ ਮੈਂ ਭੈੜਾ ਹਾਂ ਤਾਂ ਆਪਣੇ ਅੰਦਰ ਭੈੜਾ ਹਾਂ। ਕਿਸੇ ਨੂੰ ਇਸ ਗੱਲ ਨਾਲ ਕੀ, ਤੁਸੀਂ ਆਪਣੇ ਅੰਦਰ ਕੀ ਸੋਚਦੇ ਪਏ ਹੋ, ਕਿਸੇ ਨੂੰ ਇਸ ਗੱਲ ਨਾਲ ਕੀ ਮਤਲਬ ਹੈ। ਜਦੋਂ ਤੱਕ ਤੁਸੀਂ ਸਾਰਿਆਂ ਦੇ ਨਾਲ ਪਿਆਰ ਸਹਿਤ ਪੇਸ਼ ਆ ਰਹੇ ਹੋ, ਜਦੋਂ ਤੱਕ ਤੁਸੀਂ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਰ ਰਹੇ, ਕਿਸੇ ਦਾ ਕੋਈ ਬੁਰਾ ਨਹੀਂ ਕਰ ਰਹੇ, ਤਾਂ ਆਪਣੇ ਅੰਦਰ ਤੁਸੀਂ ਕੀ ਸੋਚ ਰਹੇ ਹੋ, ਕਿਸੇ ਨੂੰ ਉਹਦੇ ਨਾਲ ਕੀ ਫਰਕ ਪੈਣਾ ਚਾਹੀਦਾ ਹੈ। ਇਹੀ ਗੱਲ ਕਬੀਰ ਜੀ ਕਹਿੰਦੇ ਨੇ ਕਿ ਮੈਂ ਭੈੜਾ ਹਾਂ ਤਾਂ ਆਪਣੇ ਅੰਦਰ ਭੈੜਾ ਹਾਂ, ਤੁਹਾਨੂੰ ਇਸ ਗੱਲ ਨਾਲ ਕੀ। ਕਿਤੇ ਮੇਰੀ ਭੈੜ ਤੁਹਾਨੂੰ ਚੜ੍ਹ ਨਾ ਜਾਏ, ਮੇਰੇ ਅੰਦਰ ਜੋ ਭੈੜ ਹੈ, ਮੇਰੇ ਅੰਦਰ ਜੋ ਮੰਦਾ ਹੈ, ਉਹਦੇ ਕਰਕੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਏ। ਇਸ ਕਰਕੇ ਸਾਂਝ ਪਾਤ ਕਾਹੂ ਸਿਓ ਨਾਹੀ, ਮੈਂ ਕਿਸੇ ਨਾਲ ਕੋਈ ਮੇਲ ਮੁਲਾਕਾਤ ਵੀ ਨਹੀਂ ਰੱਖੀ ਹੋਈ। ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੈ ਗੋ ਪਾਜ। ਕਹਿੰਦੇ ਮੇਰੀ ਕੋਈ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿੱਚ ਕੋਈ ਹਾਨਤ ਨਹੀਂ ਸਮਝਦਾ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਇਹ ਗੱਲ ਉਦੋਂ ਸਮਝ ਆਏਗੀ ਜਦੋਂ ਤੁਹਾਡਾ ਇਹ ਜਗਤ ਵਿਖਾਵਾ ਉਗੜ ਜਾਏਗਾ, ਜਦ ਪ੍ਰਮਾਤਮਾ ਦੇ ਨਾਲ ਪ੍ਰੀਤ ਜੁੜ ਜਾਏਗੀ, ਜਦ ਤੁਹਾਨੂੰ ਜੀਵਨ ਦੀ ਅਸਲੀਅਤ ਦਾ ਪਤਾ ਚੱਲ ਜਾਏਗਾ, ਤਾਂ ਤੁਹਾਨੂੰ ਇਹ ਗੱਲ ਵੀ ਸਮਝ ਦੇ ਵਿੱਚ ਆ ਜਾਏਗੀ ਕਿ ਪਤ ਅਪਤ ਕੀ ਹੈ, ਅਸਲ ਇੱਜ਼ਤ ਕੀ ਹੈ। ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਇਹ ਕਬੀਰ ਆਖ ਅਸਲ ਇੱਜ਼ਤ ਉਸੇ ਦੀ ਹੀ ਹੈ ਜਿਸ ਨੂੰ ਪ੍ਰਭੂ ਕਬੂਲ ਕਰ ਲਏ। ਇਸ ਲਈ ਹੋਰ ਸਭ ਕੁਝ, ਭਾਵ ਕਿ ਦੁਨੀਆ ਦੀ ਲੋਕ ਲਾਜ ਛੱਡ ਕੇ ਪ੍ਰਮਾਤਮਾ ਦਾ ਸਿਮਰਨ ਕਰ। ਗੌੜੀ ਕਬੀਰ ਜੀ
ਨਗਰ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਜੇ ਨੰਗੇ ਫਿਰਦਿਆਂ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ। ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਜਦ ਤੱਕ ਤੂੰ ਪ੍ਰਮਾਤਮਾ ਨੂੰ ਨਹੀਂ ਪਛਾਣਦਾ, ਪ੍ਰਮਾਤਮਾ ਨੂੰ ਨਹੀਂ ਚੀਨਦਾ, ਆਪਣੇ ਅੰਦਰ ਉਸ ਪ੍ਰਮਾਤਮਾ ਨੂੰ ਵਸਦੇ ਹੋਏ ਮਹਿਸੂਸ ਨਹੀਂ ਕਰਦਾ, ਉਦੋਂ ਤੱਕ ਕੀ ਤੇਰਾ ਨੰਗਾ ਰਿਹਾ ਤੇ ਕੀ ਤੇਰਾ ਚੰਮ ਟਕਿਆ। ਦੋਨਾਂ ਗੱਲਾਂ ਨਾਲ ਹੀ ਕੋਈ ਫਰਕ ਨਹੀਂ ਪੈਂਦਾ। ਫਰਕ ਨਹੀਂ ਪੈਂਦਾ ਤੂੰ ਕੱਪੜੇ ਪਾਏ ਨੇ ਕਿ ਨੰਗਾ ਘੁੰਮਦਾ ਪਿਆ, ਜਦ ਤੱਕ ਤੂੰ ਪ੍ਰਮਾਤਮਾ ਦੇ ਨਾਲ ਸਾਂਝ ਹੀ ਨਹੀਂ ਪਾਈ। ਮੂਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਜੇ ਸਿਰ ਮਨਾਇਆ ਸਿੱਧੀ ਮਿਲ ਸਕਦੀ ਹੈ ਤਾਂ ਕੀ ਕਾਰਨ ਹੈ ਕਿ ਕੋਈ ਵੀ ਭੇਡ ਹੁਣ ਤੱਕ ਮੁਕਤ ਨਹੀਂ ਹੋਈ? ਕਿਉਂਕਿ ਭੇਡਾਂ ਨੂੰ ਅਕਸਰ ਮੁੰਨਿਆ ਜਾਂਦਾ ਹੈ ਉਹਨਾਂ ਤੋਂ ਉੱਨ ਪ੍ਰਾਪਤ ਕਰਨ ਦੇ ਲਈ। ਤਾਂ ਜੇ ਮੁੰਨੇ ਜਾਣ ਤੇ ਭੇਡਾਂ ਮੁਕਤ ਨਹੀਂ ਹੋ ਪਾਈਆਂ ਤਾਂ ਸਿਰ ਮਨਾਉਣ ਤੇ ਤੂੰ ਮੁਕਤ ਕਿਵੇਂ ਹੋ ਜਾਏਗਾ? ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉ ਨਾ ਪਰਮਗਤ ਪਾਈ। ਇਹ ਭਾਈ ਜੇ ਬਾਲ ਜਤੀ ਰਿਹਾ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ਜਤੀ ਹੋ ਜਾਣਾ, ਬਿੰਦ ਰਾਖ ਤੋਂ ਭਾਵ ਵੀਰਜ ਨੂੰ ਸੰਭਾਲ ਲੈਣਾ, ਸੰਭੋਗ ਨਾ ਕਰਨਾ। ਤਾਂ ਕਬੀਰ ਜੀ ਕਹਿੰਦੇ ਕਿ ਜੇ ਇਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਖੁਸਰੇ ਨੂੰ ਮੁਕਤੀ ਕਿਉਂ ਨਹੀਂ ਮਿਲ ਜਾਂਦੀ? ਕਿਉਂਕਿ ਉਹ ਤੇ ਸੰਭੋਗ ਕਰਦਾ ਹੀ ਨਹੀਂ। ਕਹੋ ਕਬੀਰ ਸੁਨੋ ਨਰ ਭਾਈ, RAM ਨਾਮ ਬਿਨ ਕਿਨ ਗਤ ਪਾਈ। ਹੇ ਕਬੀਰ ਆਖ ਹੈ ਭਰਾਵੋ, ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲੀ। ਮੇਰੀ ਇਹ ਗੱਲ ਨੂੰ ਸੁਣੋ। ਇਸ ਸ਼ਬਦ ਦੇ ਵਿੱਚ ਕਬੀਰ ਜੀ ਨੇ ਗੱਲ ਕੀਤੀ ਉਹਨਾਂ ਦੀ ਜੋ ਨੰਗੇ ਹੋ ਕੇ ਜੰਗਲਾਂ ਦੇ ਵਿੱਚ ਫਿਰਦੇ ਹਨ ਜਾਂ ਜੋ ਤਨ ਤੇ ਕੱਪੜੇ ਨਹੀਂ ਪਾਉਂਦੇ, ਇਸ ਲਈ ਕਿ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕੇ, ਮੁਕਤੀ ਮਿਲ ਸਕੇ। ਜਾਂ ਉਹ ਜੋ ਸਿਰ ਮਨਾਉਂਦੇ ਨੇ ਇਹ ਸੋਚ ਕੇ ਕਿ ਇਸ ਪ੍ਰਕਾਰ ਮੁਕਤੀ ਮਿਲ ਜਾਏਗੀ। ਤੇ ਨਾਲ ਦੋ ਉਦਾਹਰਨਾਂ ਪੇਸ਼ ਕਰਕੇ ਕਬੀਰ ਜੀ ਨੇ ਦੱਸਿਆ ਕਿ ਜੇ ਨੰਗੇ ਰਹਿਣ ਦੇ ਨਾਲ ਹੀ ਮੁਕਤੀ ਮਿਲਦੀ ਹੋਏ ਤਾਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਅਨੇਕਾਂ ਹੀ ਪਸ਼ੂ ਮੁਕਤ ਹੋ ਜਾਣ। ਜੇ ਸਿਰ ਮਨਾਉਣ ਦੇ ਨਾਲ ਮੁਕਤੀ ਮਿਲਦੀ ਹੋਏ ਤਾਂ ਭੇਡਾਂ ਮੁਕਤ ਹੋ ਜਾਣ। ਜੇ ਵੀਰਜ ਸਾਂਭਣ ਦੇ ਨਾਲ ਮੁਕਤੀ ਮਿਲਦੀ ਹੋਏ ਤਾਂ ਖੁਸਰਾ ਮੁਕਤ ਹੋ ਜਾਏ। ਪਰ ਇਹ ਤਿੰਨੋਂ ਹੀ ਮੁਕਤ ਨਹੀਂ ਹੁੰਦੇ। ਮੁਕਤੀ ਤੋਂ ਭਾਵ ਹੈ ਸੰਸਾਰ ਦੇ ਵਰਤਾਰਿਆਂ, ਇਹਨਾਂ ਸਭਨਾਂ ਦੇ ਨਾਲ ਮੋਹ ਦਾ ਟੁੱਟ ਜਾਣਾ। ਆਪਣੇ ਪਰਿਵਾਰ, ਸਕੇ ਸੰਬੰਧੀਆਂ ਦੇ ਨਾਲ ਮੋਹ ਦਾ ਇਸ ਪ੍ਰਕਾਰ ਟੁੱਟਣਾ ਕਿ ਅਸੀਂ ਜਦ ਤੱਕ ਉਹਨਾਂ ਦੇ ਨਾਲ ਹਾਂ ਜਾਂ ਜਦ ਤੱਕ ਉਹ ਸਾਡੇ ਨਾਲ ਹਨ, ਅਸੀਂ ਪਿਆਰ ਸਹਿਤ ਵਿਚਰੀਏ, ਇੱਕ ਦੂਜੇ ਦਾ ਸਤਿਕਾਰ ਵੀ ਕਰੀਏ, ਪਿਆਰ ਵੀ ਕਰੀਏ, ਦੇਖਭਾਲ ਵੀ ਕਰੀਏ। ਪਰ ਜੇ ਉਹ ਸਾਡੇ ਤੋਂ ਖੁੱਸ ਜਾਣ ਤੇ ਸਾਨੂੰ ਇਹ ਗੱਲ ਕਬੂਲ ਕਰਨ ਦੇ ਵਿੱਚ ਮੁਸ਼ਕਲ ਨਾ ਆਵੇ ਕਿ ਪ੍ਰਮਾਤਮਾ ਦਾ ਨਿਯਮ ਹੈ ਦੁਨੀਆ ਤੋਂ ਚਲੇ ਜਾਣ ਦਾ। ਇੱਕ ਨਾ ਇੱਕ ਦਿਨ ਸਭਨਾਂ ਨੇ ਜਾਣਾ ਹੈ। ਮੋਹ ਇਸ ਪ੍ਰਕਾਰ ਦਾ ਟੁੱਟਣਾ ਚਾਹੀਦਾ ਕਿ ਉਹ ਜਦ ਜਾਣ ਤੇ ਸਾਨੂੰ ਇਹ ਗੱਲ ਕਬੂਲਣੀ ਸੌਖੀ ਹੋ ਜਾਏ, ਪ੍ਰਮਾਤਮਾ ਦਾ ਭਾਣਾ ਮੰਨਣਾ ਸੌਖਾ ਹੋ ਜਾਏ। ਉਹ ਮੁਕਤੀ ਹੈ। ਭੇਡਾਂ ਨੂੰ ਮੁੰਨਿਆ ਜਾਂਦਾ ਹੈ, ਪਰ ਜੇਕਰ ਉਹਨਾਂ ਤੋਂ ਉਹਨਾਂ ਦਾ ਬੱਚਾ ਖੋਹ ਲਿਆ ਜਾਏ ਤੇ ਉਹ ਬਹੁਤ ਤੜਪਦੀਆਂ ਨੇ। ਉਹ ਤੜਪ ਤੁਸੀਂ ਮਹਿਸੂਸ ਕਰ ਸਕਦੇ ਹੋ, ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦੇ ਹੋ। ਉਹਨਾਂ ਤੋਂ ਉਹਨਾਂ ਦਾ ਬੱਚਾ ਖੋਹ ਕੇ ਦੇਖਿਓ। ਜਾਂ ਜੰਗਲਾਂ ਦੇ ਵਿੱਚ ਜਿੰਨੇ ਵੀ ਜੀਵ ਹਨ, ਇਹੀ ਫਾਰਮੂਲਾ ਉਹਨਾਂ ਤੇ ਵੀ ਲਾਗੂ ਹੁੰਦਾ ਹੈ। ਉਹਨਾਂ ਦਾ ਕੋਈ ਨੁਕਸਾਨ, ਉਹਨਾਂ ਦੇ ਸਕੇ ਸੰਬੰਧੀ, ਉਹਨਾਂ ਦੇ ਬੱਚੇ ਨੂੰ ਖੋਹ ਕੇ ਦੇਖਿਓ, ਤੜਪ ਤੁਹਾਨੂੰ ਨਜ਼ਰ ਆਏਗੀ। ਤਾਂ ਫਿਰ ਮੁਕਤੀ ਕਿੱਥੇ? ਤੁਸੀਂ ਨਾ ਵੀ ਖੋਹੋ, ਕੁਦਰਤੀ ਤੌਰ ਤੇ ਹੀ ਮੌਤ ਆ ਜਾਏ ਉਹਨਾਂ ਦੇ ਬੱਚੇ ਨੂੰ ਜਾਂ ਬੱਚੇ ਦੀ ਮਾਂ ਨੂੰ, ਪਿਓ ਨੂੰ, ਤਾਂ ਬੱਚਾ ਤੜਪੇਗਾ। ਮੁਕਤੀ ਕਿੱਥੇ? ਤੇ ਜੋ ਖੁਸਰਾ ਹੈ ਉਹ ਤੇ ਇਨਸਾਨ ਹੈ, ਉਹ ਤੇ ਇਨਸਾਨੀ ਸੰਸਾਰ ਦੇ ਵਿੱਚ ਵਸ ਰਿਹਾ ਹੈ। ਉਹਦਾ ਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਤੇ ਮੋਹ ਹੈ ਹੀ, ਦੁਨਿਆਵੀ ਵਸਤਾਂ ਦੇ ਨਾਲ ਵੀ ਬੜਾ ਮੋਹ ਹੈ, ਤੇ ਉਹਨੂੰ ਵੀ ਮੁਕਤੀ ਕਿੱਥੇ? ਤਾਂ ਇਹ ਤਿੰਨ ਉਦਾਹਰਨਾਂ ਕਬੀਰ ਜੀ ਨੇ ਪੇਸ਼ ਕੀਤੀਆਂ ਤੇ ਸਾਨੂੰ ਸਮਝਾਇਆ ਕਿ ਇਹ ਸਭ ਕੁਝ ਕਰਨ ਦੇ ਨਾਲ, ਸਿਰ ਮਨਾਉਣ ਨਾਲ, ਜਤੀ ਹੋ ਜਾਣ ਨਾਲ ਜਾਂ ਨੰਗੇ ਫਿਰਨ ਦੇ ਨਾਲ ਮੁਕਤੀ ਨਹੀਂ ਮਿਲਦੀ। ਜੇ ਅਸਲੀ ਮੁਕਤੀ ਪਾਉਣੀ ਹੈ ਤਾਂ ਪ੍ਰਮਾਤਮਾ ਦੇ ਸਿਮਰਨ ਤੋਂ ਹੀ ਮਿਲ ਸਕਦੀ ਹੈ। ਪ੍ਰਮਾਤਮਾ ਦਾ ਨਾਮ ਸਿਮਰੋ, ਦੁਨੀਆ ਦੇ ਨਾਲ, ਦੁਨੀਆ ਦੇ ਵਰਤਾਰਿਆਂ ਦੇ ਨਾਲ ਤੁਹਾਡਾ ਮੋਹ ਭੰਗ ਹੋ ਜਾਏਗਾ। ਤੁਸੀਂ ਵਿਚਰੋਗੇ
ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ, ਪਰ ਤੁਹਾਡਾ ਮੋਹ ਇਸ ਪ੍ਰਕਾਰ ਭੰਗ ਹੋ ਜਾਏਗਾ ਕਿ ਉਹਨਾਂ ਦੇ ਖੁੱਸਣ 'ਤੇ ਤਕਲੀਫ ਬਹੁਤ ਘੱਟ ਹੋਏਗੀ। ਪਰਮਾਤਮਾ ਦਾ ਹੀ ਨਿਯਮ ਹੈ, ਸਾਡੇ ਵਿੱਚ ਜੇ ਅਹਿਸਾਸ ਪਾਏ ਨੇ, ਸਾਡੇ ਵਿੱਚ ਦੁੱਖ ਦਾ, ਦੁਖੀ ਹੋਣ ਦਾ ਅਹਿਸਾਸ ਉਸ ਪਰਮਾਤਮਾ ਨੇ ਹੀ ਪਾਇਆ ਹੈ। ਸਾਡਾ ਕੋਈ ਸਕਾ ਸੰਬੰਧੀ ਖੁੱਸ ਜਾਣ 'ਤੇ ਸਾਨੂੰ ਦੁੱਖ ਹੋਣਾ ਸੁਭਾਵਿਕ ਹੈ, ਇਹ ਵੀ ਪਰਮਾਤਮਾ ਦਾ ਨਿਯਮ ਹੈ। ਪਰ ਕਦੋਂ ਕੁ ਤੱਕ ਦੁਖੀ ਹੋ ਕੇ ਬੈਠੋਗੇ? ਕਦੋਂ ਕੁ ਤੱਕ ਝੂਰਦੇ ਰਹੋਗੇ ਇਸ ਗੱਲ 'ਤੇ ਕਿ ਮੇਰਾ ਇਹ ਸੰਬੰਧੀ, ਮੇਰਾ ਇਹ ਸਖਾ ਖੁੱਸ ਗਿਆ? ਉਹ ਜੋ ਸਮਾਂ ਹੈ ਉਹ ਕੱਟ ਜਾਂਦਾ ਹੈ, ਦੁੱਖ ਹੁੰਦਾ ਹੈ, ਪਰ ਤੁਸੀਂ ਕਬੂਲ ਕਰ ਲੈਂਦੇ ਹੋ ਕਿ ਪਰਮਾਤਮਾ ਦਾ ਨਿਯਮ ਹੈ, ਦੁਨੀਆ 'ਤੇ ਭੇਜਦਾ ਹੈ, ਦੁਨੀਆ ਤੋਂ ਲੈ ਵੀ ਜਾਂਦਾ ਹੈ। ਉਹ ਕਬੂਲੀਅਤ ਸੌਖੀ ਹੋ ਜਾਂਦੀ ਹੈ। ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜੋ ਭਏ ਦਾਦਰ ਪਾਣੀ ਮਾਹੀ। ਹੁਣ ਉਹਨਾਂ ਲੋਕਾਂ ਦੀ ਗੱਲ ਕਰਦੇ ਹਨ ਜੋ ਸਵੇਰੇ ਤੇ ਸ਼ਾਮ ਨੂੰ ਦੋਵੇਂ ਵੇਲੇ ਇਸ਼ਨਾਨ ਕਰਦੇ ਨੇ ਤੇ ਇਹ ਸਮਝਦੇ ਨੇ ਕਿ ਇਸ ਪ੍ਰਕਾਰ ਕਰਨ ਦੇ ਨਾਲ ਅਸੀਂ ਪਵਿੱਤਰ ਹੋ ਜਾਂਦੇ ਹਾਂ। ਇਸ਼ਨਾਨ ਕਰਨ ਦੇ ਵਿੱਚ ਬੁਰਾਈ ਨਹੀਂ, ਇੱਥੇ ਇਸ਼ਨਾਨ ਕਰਨ ਨੂੰ ਮਾੜਾ ਜਾਂ ਚੰਗਾ ਨਹੀਂ ਕਿਹਾ ਗਿਆ, ਬਲਕਿ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕ ਇਹ ਸਮਝਦੇ ਨੇ ਕਿ ਸਿਰਫ ਇਸ਼ਨਾਨ ਕਰਨ ਦੇ ਨਾਲ ਅਸੀਂ ਪਵਿੱਤਰ ਹੋ ਜਾਂਦੇ ਹਾਂ। ਉਸ ਸੋਚ ਨੂੰ ਕਟਾਕਸ਼ ਕੀਤਾ ਗਿਆ ਹੈ ਤੇ ਕਬੀਰ ਜੀ ਕਹਿੰਦੇ ਉਹਨਾਂ ਦਾ ਹਾਲ ਪਾਣੀ ਦੇ ਵਿੱਚ ਵਸ ਰਹੇ ਡੱਡੂ ਵਰਗਾ ਹੈ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਹੀ ਰਹਾਉ। ਪਰ ਜੇਕਰ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ਤਾਂ ਉਹ ਸਾਰੇ ਧਰਮ ਰਾਜ ਦੇ ਵਸ ਪੈਂਦੇ ਹਨ। ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੈ ਵੀ ਨਾਹੀ। ਕਈ ਮਨੁੱਖ ਸਰੀਰ ਦੇ ਮੋਹ ਵਿੱਚ ਹੀ, ਸਰੀਰ ਨੂੰ ਪਾਲਣ ਦੀ ਖਾਤਰ ਹੀ ਕਈ ਭੇਖ ਬਣਾਉਂਦੇ ਹਨ। ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਦਇਆ ਨਹੀਂ ਆਈ, ਉਹਨਾਂ ਦਾ ਹਿਰਦਾ ਕਦੇ ਵੀ ਨਹੀਂ ਦਰਵਿਆ। ਚਾਰ ਚਰਨ ਕਹੈ ਬਹੁ ਆਗਰ, ਸਾਧੂ ਸੁਖ ਪਾਵੈ ਕਲ ਸਾਗਰ। ਬਹੁਤੇ ਸਿਆਣੇ ਮਨੁੱਖ ਚਾਰ ਵੇਦ ਆਦਿ ਧਾਰਮਿਕ ਜੋ ਪੁਸਤਕਾਂ ਹਨ ਉਹਨਾਂ ਨੂੰ ਨਿਰਾ ਪੜ੍ਹਦੇ ਹਨ। ਨਿਰਾ ਪੜ੍ਹਨ ਤੋਂ ਭਾਵ ਇਹ ਸਿੱਖ ਲੈਣਾ ਕਿ ਵੇਦਾਂ ਦੀਆਂ ਪੰਕਤੀਆਂ ਨੂੰ ਉਚਾਰਨ ਕਿਵੇਂ ਕਰਨਾ ਹੈ ਤੇ ਉਹਨਾਂ ਨੂੰ ਪੜ੍ਹੀ ਜਾਣਾ, ਨਿਯਮਿਤ ਤੌਰ 'ਤੇ ਪੜ੍ਹ ਲੈਣਾ, ਲਗਾਤਾਰ ਪੜ੍ਹ ਲੈਣਾ, ਪਰ ਇਹ ਸਮਝਣਾ ਨਾ ਕਿ ਉਹਨਾਂ ਪੰਕਤੀਆਂ ਦਾ ਅਰਥ ਕੀ ਹੈ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਇਹ ਗੱਲ ਸਮਝੇ ਤੋਂ ਬਿਨਾਂ ਬਹੁਤੇ ਸਿਆਣੇ ਲੋਕ, ਭਗਤ ਕਬੀਰ ਜੀ ਕਹਿੰਦੇ ਕਿ ਚਾਰ ਵੇਦ ਆਦਿ ਧਾਰਮਿਕ ਪੁਸਤਕਾਂ ਨੂੰ ਨਿਰਾ ਪੜ੍ਹਦੇ ਹਨ। ਤੇ ਨਿਰਾ ਪੜ੍ਹਨ ਨਾਲ ਕੀ ਬਣਨਾ ਹੈ? ਅਸਲੀ ਸੁੱਖ ਤਾਂ ਸਾਧੂ ਜਨ ਹਾਸਲ ਕਰਦੇ ਨੇ। ਸਾਧੂ ਸੁੱਖ ਪਾਵੈ ਕਲ ਸਾਗਰ। ਇਸ ਸੰਸਾਰ ਸਮੁੰਦਰ ਦੇ ਵਿੱਚ ਜੇ ਅਸਲੀ ਸੁੱਖ ਕੋਈ ਮਾਣਦਾ ਹੈ ਤਾਂ ਉਹ ਸਾਧੂ ਜਨ ਮਾਣਦੇ ਹਨ। ਸਾਧੂ ਜਨ ਕਿਹੜੇ? ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਸਾਂਝ ਬਣੀ ਹੋਈ ਹੋਵੇ, ਪ੍ਰਮਾਤਮਾ ਜਿਨ੍ਹਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੋਵੇ। ਫਿਰ ਇਹ ਗੱਲ ਜ਼ਰੂਰੀ ਨਹੀਂ ਕਿ ਉਹ ਕੋਈ ਧਾਰਮਿਕ ਪੁਸਤਕ ਪੜ੍ਹਦੇ ਹਨ ਜਾਂ ਨਹੀਂ ਪੜ੍ਹਦੇ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਵਸ ਛੋੜ ਮਹਾਰਸ ਪੀਜੈ। ਇਹ ਕਬੀਰ ਆਖ, ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪ੍ਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ। ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਬਥੇਰੇ ਲੋਕ ਜਪ ਕਰਦੇ ਹਨ, ਤਪ ਕਰਦੇ ਹਨ, ਬ੍ਰਤ ਰੱਖਦੇ ਹਨ, ਪੂਜਾ ਕਰਦੇ ਹਨ, ਇਸ ਕਰਕੇ ਕਿ ਉਹਨਾਂ ਦੇ ਜੀਵਨਾਂ ਦੇ ਵਿੱਚ ਸੁੱਖ ਆ ਸਕੇ। ਪਰ ਕਬੀਰ ਜੀ ਕਹਿੰਦੇ ਕਿ ਇਹਨਾਂ ਸਭਨਾਂ ਦਾ ਕੀ ਫਾਇਦਾ ਜੇ ਤੁਹਾਡਾ ਮੋਹ ਹੀ ਦੂਜੇ ਦੇ ਨਾਲ ਹੈ, ਭਾਵ ਕਿ ਪ੍ਰਮਾਤਮਾ ਤੋਂ ਬਿਨਾਂ ਦੂਜੇ ਦੇ ਨਾਲ, ਮਾਇਆ ਦੇ ਨਾਲ, ਸੰਸਾਰ ਦੇ ਨਾਲ ਜੇ ਤੁਹਾਡਾ ਮੋਹ ਹੈ ਤਾਂ ਤੁਹਾਡੇ ਜਪ ਤਪ ਬ੍ਰਤ ਪੂਜਾ ਦਾ ਕੀ ਫਾਇਦਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ ਰਹਾਉ। ਇਹ ਭਾਈ, ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ। ਸਿਆਣਪ ਦੇ ਨਾਲ ਰੱਬ ਨਹੀਂ ਮਿਲਦਾ। ਚਤੁਰਾਈ ਨਾ ਚਤੁਰਭੁਜ ਪਾਈਐ, ਚਤੁਰਭੁਜ ਤੋਂ ਭਾਵ ਇੱਥੇ ਹੈ ਪਰਮਾਤਮਾ। ਚਤੁਰਾਈ ਦੇ ਨਾਲ, ਸਿਆਣਪਾਂ ਦੇ ਨਾਲ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਜੇ ਪ੍ਰਮਾਤਮਾ ਨੂੰ ਵਾਕਈ ਹਾਸਲ ਕਰਨਾ ਚਾਹੁੰਦਾ ਹੈ ਤਾਂ ਲੋਭ ਤਿਆਗ, ਲੋਕਾਚਾਰ ਤਿਆਗ,
ਜਾਣੀ ਕਿ ਜੋ ਲੋਕ ਵਿਖਾਵਾ ਤੂੰ ਕਰਦਾ ਉਹਦਾ ਤਿਆਗ ਕਰ। ਕਾਮ ਕ੍ਰੋਧ ਹੰਕਾਰ ਛੱਡ ਦੇ। ਕਰਮ ਕਰਤ ਬੱਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ। ਮਨੁੱਖ ਧਾਰਮਿਕ ਰਸਮਾਂ ਕਰਦੇ ਨੇ ਹਉਮੈ ਦੇ ਵਿੱਚ ਬੱਝੇ ਹੋਏ, ਕਿਉਂਕਿ ਜਿਹੜੇ ਵੀ ਲੋਕ ਧਾਰਮਿਕ ਰਸਮਾਂ ਕਰਦੇ ਨੇ ਉਹਨਾਂ ਦੇ ਅੰਦਰ ਇਹ ਭਾਵ ਜ਼ਰੂਰ ਹੁੰਦਾ ਕਿ ਅਸੀਂ ਬੜੇ ਧਾਰਮਿਕ ਹਾਂ। ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਜ਼ਿਆਦਾ ਧਾਰਮਿਕ ਸਮਝਣਾ ਹਉਮੈ ਦੀ ਇੱਕ ਨਿਸ਼ਾਨੀ ਹੈ। ਹਉਮੈ ਦੇ ਵਿੱਚ ਬੱਝੇ ਹੋਏ ਹੁੰਦੇ ਨੇ ਉਹ ਲੋਕ, ਤੇ ਕੋਸ਼ਿਸ਼ ਵੀ ਕਰਦੇ ਨੇ ਕਿ ਦਿਖਾਇਆ ਵੀ ਜਾਵੇ ਕਿ ਅਸੀਂ ਧਾਰਮਿਕ ਹਾਂ। ਕਬੀਰ ਜੀ ਕਹਿੰਦੇ ਕਿ ਇਹ ਸਭ ਵਿਅਰਥ ਹੈ। ਧਾਰਮਿਕ ਰਸਮਾਂ ਕਰਦੇ ਕਰਦੇ ਜੋ ਲੋਕ ਹਉਮੈ ਦੇ ਵਿੱਚ ਬੱਝੇ ਪਏ ਨੇ, ਰਲ ਕੇ ਪੱਥਰਾਂ ਦੀ ਹੀ ਪੂਜਾ ਕਰ ਰਹੇ ਨੇ, ਇਹ ਸਭ ਵਿਅਰਥ ਹੈ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਹੇ ਕਬੀਰ, ਆਖ ਕੇ ਪ੍ਰਮਾਤਮਾ ਬੰਦਗੀ ਕਰਨ ਨਾਲ ਹੀ ਮਿਲਦਾ ਹੈ, ਭੋਲੇ ਸੁਭਾਅ ਨਾਲ ਮਿਲਦਾ ਹੈ, ਚਤੁਰਾਈਆਂ ਨਾਲ ਨਹੀਂ ਮਿਲਦਾ। ਕਈ ਲੋਕ ਇਹ ਸੋਚ ਸਕਦੇ ਹਨ ਕਿ ਜੋ ਲੋਕ ਮੂਰਤੀ ਪੂਜਾ ਕਰਦੇ ਨੇ ਉਹ ਭੋਲੇ ਵੀ ਹੋ ਸਕਦੇ ਆ। ਭੋਲੇਪਨ ਤੇ ਅਗਿਆਨਤਾ ਦੇ ਵਿੱਚ ਬਰੀਕ ਜਿਹਾ ਅੰਤਰ ਹੈ। ਜੇ ਕੋਈ ਮਨੁੱਖ ਇਹ ਸਮਝਦਾ ਹੈ ਕਿ ਪ੍ਰਮਾਤਮਾ ਸਿਰਫ ਉਸ ਪੱਥਰ ਦੀ ਮੂਰਤੀ ਦੇ ਵਿੱਚ ਹੀ ਵਸਦਾ ਹੈ, ਉਹ ਅਗਿਆਨਤਾ ਹੈ। ਤੇ ਜੇ ਕੋਈ ਇਹ ਸਮਝਦਾ ਹੈ ਕਿ ਪ੍ਰਮਾਤਮਾ ਸਭ ਥਾਂ ਹੀ ਵਸਦਾ ਹੈ ਤੇ ਸਭ ਥਾਵਾਂ ਦੇ ਵਿੱਚ ਉਹ ਪੱਥਰ ਦੀ ਮੂਰਤੀ ਵੀ ਆ ਜਾਂਦੀ ਹੈ, ਉਹਦੇ ਵਿੱਚ ਵੀ ਵਸਦਾ ਹੈ, ਉਹਨੂੰ ਅਸੀਂ ਬੰਦਗੀ ਕਹਿ ਸਕਦੇ ਹਾਂ, ਭੋਲਾਪਣ ਵੀ ਕਹਿ ਸਕਦੇ ਹਾਂ। ਸਿਰਫ ਪੂਜਾ ਕਰਨ ਵਾਲੇ ਅਗਿਆਨ ਕਿਉਂ ਮੰਨੇ ਜਾਂਦੇ ਆ, ਭੋਲੇ ਕਿਉਂ ਨਹੀਂ ਮੰਨੇ ਜਾਂਦੇ? ਕਿਉਂਕਿ ਆਪਣੇ ਆਪਣੇ ਜੀਵਨ ਦੇ ਵਿੱਚ ਉਹਨਾਂ ਦੀਆਂ ਇੱਛਾਵਾਂ ਵੀ ਬਹੁਤ ਹੁੰਦੀਆਂ ਨੇ। ਮੂਰਤੀ ਪੂਜਾ ਅਕਸਰ ਹੀ ਲੋਕ ਇਸ ਕਰਕੇ ਕਰਦੇ ਨੇ ਤਾਂ ਕਿ ਕੁਝ ਮੰਗ ਸਕਣ। ਪੂਜਾ ਕਰਨਗੇ ਤੇ ਬਾਅਦ ਦੇ ਵਿੱਚ ਕੋਈ ਮੰਗ ਵੀ ਰੱਖਣਗੇ, ਸੁੱਖ ਵੀ ਸੁੱਖਣਗੇ ਮੂਰਤੀ ਦੇ ਅੱਗੇ। ਤਾਂ ਜੇ ਇਸ ਪ੍ਰਕਾਰ ਦੀਆਂ ਇੱਛਾਵਾਂ ਰੱਖ ਰਹੇ ਨੇ, ਇੱਛਾਵਾਂ ਨੂੰ ਛੱਡੋ, ਆਪਣੇ ਜੀਵਨ ਦੇ ਵਿੱਚ ਹੋਰਨਾਂ ਦੇ ਨਾਲ ਈਰਖਾ ਵੀ ਕਰਦੇ ਹੋਣਗੇ। ਕਿਸੇ ਨਾਲ ਕੋਈ ਵੈਰ ਹੋ ਜਾਏ ਤੇ ਉਹਨੂੰ ਵੀ ਪੱਕਾ ਮੰਨ ਲੈਂਦੇ ਹੋਣਗੇ। ਭੋਲਾਪਣ ਤੇ ਬੱਚਿਆਂ ਵਰਗਾ ਹੁੰਦਾ ਹੈ ਜੋ ਬੱਚਿਆਂ 'ਚ ਪਾਇਆ ਜਾਂਦਾ ਹੈ। ਕਿਸੇ ਨਾਲ ਵੈਰ ਪਾ ਵੀ ਲੈਣ ਤੇ ਉਹ ਵੈਰ ਸਥਾਈ ਨਹੀਂ ਰੱਖਦੇ, ਭੁੱਲ ਜਾਂਦੇ ਨੇ, ਛੱਡ ਦਿੰਦੇ ਨੇ। ਕੁਝ ਪਲਾਂ ਦੇ ਲਈ ਲੜ ਪਏ, ਅਗਲੇ ਹੀ ਪਲ ਇਕੱਠੇ ਹੋ ਜਾਂਦੇ ਨੇ। ਪਰ ਜੋ ਮਨੁੱਖ ਹੈ ਵੱਡਾ ਹੋ ਜਾਂਦਾ ਹੈ, ਵੈਰ ਕਿਸੇ ਦੇ ਨਾਲ ਪੈ ਗਿਆ ਤੇ ਵੈਰ ਨੂੰ ਸਥਾਈ ਕਰ ਲੈਂਦਾ ਹੈ, ਈਰਖਾ ਕਰਦਾ ਹੈ, ਇੱਛਾਵਾਂ ਰੱਖਦਾ ਹੈ, ਮਨ ਨੂੰ ਟਿਕਾਊ ਨਹੀਂ ਹੈ ਉਹਨਾਂ ਦੇ, ਤਾਂ ਉਹ ਭੋਲਾਪਨ ਨਹੀਂ ਹੈ। ਉਹ ਪੱਥਰ ਦੀਆਂ ਮੂਰਤੀਆਂ ਕੋਲ ਜਾ ਕੇ ਵੀ ਦੁਨਿਆਵੀ ਵਸਤਾਂ ਦੀ ਮੰਗ ਕਰਦੇ ਨੇ, ਉਹ ਅਗਿਆਨਤਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਇਸ ਪ੍ਰਕਾਰ ਨਹੀਂ ਮਿਲਦਾ। ਇਸ ਅਗਿਆਨਤਾ ਦੇ ਵਿੱਚੋਂ, ਚਤੁਰਾਈਆਂ ਦੇ ਵਿੱਚੋਂ ਅਸੀਂ ਚਤੁਰ ਹੀ ਸਮਝ ਰਹੇ ਹੁੰਦੇ ਹਾਂ ਆਪਣੇ ਆਪ ਨੂੰ। ਜਦ ਕੋਈ ਸੁੱਖ ਸੁੱਖਦੇ ਹਾਂ ਕਿਸੇ ਵੀ ਮੂਰਤੀ ਦੇ ਅੱਗੇ ਜਾ ਕੇ ਕਿ ਪ੍ਰਮਾਤਮਾ ਮੈਨੂੰ ਇਹ ਬਖਸ਼ ਦੇ ਤੇ ਮੈਂ ਬਦਲੇ ਦੇ ਵਿੱਚ ਇਹ ਚੜਾਵਾਂਗਾ। ਅਸੀਂ ਕਿੰਨੇ ਆਪਣੇ ਆਪ ਨੂੰ ਚਤੁਰ ਸਮਝਦੇ ਹਾਂ ਉਸ ਵਕਤ, ਸੌਦੇਬਾਜ਼ੀਆਂ ਕਰਦੇ ਹਾਂ ਪ੍ਰਮਾਤਮਾ ਦੇ ਨਾਲ। ਤੇ ਇਹਨਾਂ ਚਤੁਰਾਈਆਂ 'ਚੋਂ ਰੱਬ ਨਹੀਂ ਮਿਲਦਾ। ਰੱਬ ਤਾਂ ਭੋਲੇ ਸੁਭਾਅ ਦੇ ਵਿੱਚੋਂ ਹੀ ਮਿਲਦਾ ਹੈ। ਗੌੜੀ ਕਬੀਰ ਜੀ, ਗਰਭ ਬਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਜਦੋਂ ਜੀਵ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਸ ਵਕਤ ਉਹਨੇ ਆਪਣੀ ਕੁੱਲ ਨਹੀਂ ਜਾਣੀ ਹੁੰਦੀ। ਉਹਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਸ ਕੁੱਲ ਦਾ, ਕਿਸ ਜਾਤੀ ਦਾ ਜੀਵ ਬਣੇਗਾ, ਮਨੁੱਖ ਬਣੇਗਾ। ਉਹਨੂੰ ਕੋਈ ਇਲਮ ਨਹੀਂ ਇਸ ਗੱਲ ਦਾ। ਬ੍ਰਹਮ ਬਿੰਦ ਭਾਵ ਪ੍ਰਮਾਤਮਾ ਦੀ ਅੰਸ਼ ਤੇ ਸਭ ਉਤਪਾਤੀ, ਸਾਰੇ ਹੀ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ। ਇਹਨਾਂ ਪੰਕਤੀਆਂ ਦੇ ਵਿੱਚ ਜੋ ਪ੍ਰਮੁੱਖ ਭਾਵ ਹੈ ਉਹ ਇਹ ਹੈ ਕਿ ਕੋਈ ਵੀ ਦੋ ਜੀਵ ਵੱਖੋ ਵੱਖਰੇ ਨਹੀਂ। ਜੇ ਵੱਖੋ ਵੱਖਰੀ ਪ੍ਰਜਾਤੀ ਦੇ ਜੀਵ ਹਨ ਤਾਂ ਗੱਲ ਹੋਰ ਹੈ, ਪਰ ਜੇ ਮਨੁੱਖ ਹਨ ਤਾਂ ਸਾਰੇ ਮਨੁੱਖ ਇੱਕ ਬਰਾਬਰ ਨੇ। ਜੇ ਕੋਈ ਜਾਨਵਰ ਹੈ ਤਾਂ ਉਸ ਪ੍ਰਜਾਤੀ ਦੇ ਸਾਰੇ ਜਾਨਵਰ ਇੱਕ ਬਰਾਬਰ ਨੇ। ਕੋਈ ਪੰਛੀ ਹੈ, ਉਸ ਪ੍ਰਜਾਤੀ ਦੇ ਸਾਰੇ ਪੰਛੀ ਇੱਕ ਬਰਾਬਰ ਨੇ। ਆਪਣੀ ਹੀ ਪ੍ਰਜਾਤੀ ਦੇ ਵਿੱਚ ਕੋਈ ਉੱਚਾ ਨੀਵਾਂ ਨਹੀਂ। ਆਪਣੀ ਹੀ ਪ੍ਰਜਾਤੀ ਦੇ ਵਿੱਚ ਕਿਸੇ ਵੀ ਦੋ ਜੀਵਾਂ ਦੇ ਵਿੱਚ ਕੋਈ ਫਰਕ ਨਹੀਂ। ਸਾਰੇ ਹੀ ਜੀਵ ਉਸ ਪ੍ਰਮਾਤਮਾ ਦੀ ਅੰਸ਼ ਤੋਂ ਉਤਪੰਨ ਹੁੰਦੇ ਨੇ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਤੇ ਅੱਗੇ ਭਗਤ ਕਬੀਰ ਜੀ ਪੰਡਤ ਨੂੰ ਸਵਾਲ ਕਰਦੇ ਨੇ, ਕਹਿੰਦੇ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਜਨਮ ਮਤ ਖੋਏ ਰਹਾਓ।
ਕਿ ਹੇ ਪੰਡਤ, ਤੂੰ ਦੱਸ ਕਿ ਤੂੰ ਬਾਹਮਣ ਕਦੋਂ ਤੋਂ ਬਣਿਆ। ਜਦੋਂ ਤੂੰ ਮਾਂ ਦੇ ਪੇਟ ਵਿੱਚ ਸੀ ਉਦੋਂ ਤੇ ਤੂੰ ਨਾ ਬਾਹਮਣ ਸੀ ਨਾ ਸ਼ੂਦਰ ਸੀ, ਤੂੰ ਸਿਰਫ ਇੱਕ ਇਨਸਾਨ ਸੀ, ਮਨੁੱਖ ਸੀ। ਤੂੰ ਬਾਹਮਣ ਕਦੋਂ ਤੋਂ ਬਣਿਆ। ਤੇ ਨਾਲ ਹੀ ਪੰਡਤ ਨੂੰ ਬਾਹਮਣ ਨੂੰ ਸਲਾਹ ਵੀ ਦਿੰਦੇ ਨੇ ਕਿ ਆਪਣੇ ਆਪ ਨੂੰ ਬਾਹਮਣ ਕਹਿ ਕੇ ਇਹ ਕਹਿ ਕੇ ਕਿ ਮੈਂ ਬਾਹਮਣ ਹਾਂ, ਮੈਂ ਬਾਹਮਣ ਹਾਂ, ਅਹੰਕਾਰ ਦੇ ਵਿੱਚ ਆਪਣਾ ਜਨਮ ਅਜ਼ਾਈ ਨਾ ਗਵਾ। ਜਦੋਂ ਕੋਈ ਇਨਸਾਨ ਖਾਸ ਤੌਰ ਤੇ ਇਹ ਗੱਲ ਕਹੇ ਕਿ ਮੈਂ ਬ੍ਰਾਹਮਣ ਹਾਂ ਤਾਂ ਉਹਦੇ ਵਿੱਚੋਂ ਉਹ ਇਹ ਭਾਵ ਦੇਣਾ ਚਾਹੁੰਦਾ ਹੁੰਦਾ ਹੈ ਕਿ ਮੈਂ ਤੁਹਾਡੇ ਨਾਲੋਂ ਵੱਖਰਾ ਹਾਂ, ਮੈਂ ਤੁਹਾਡੇ ਨਾਲੋਂ ਉੱਤਮ ਹਾਂ। ਪਰ ਪੈਦਾ ਤੇ ਸਾਰੇ ਹੀ ਜੀਵ ਪਰਮਾਤਮਾ ਦੀ ਅੰਸ਼ ਤੋਂ ਹੁੰਦੇ ਨੇ, ਤਾਂ ਕੋਈ ਵੀ ਉੱਤਮ ਨਹੀਂ, ਕੋਈ ਵੀ ਨੀਵਾਂ ਨਹੀਂ, ਸਭ ਬਰਾਬਰੀ ਨੇ। ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਆਨ ਬਾਟ ਤੋਂ ਭਾਵ ਕੋਈ ਹੋਰ ਰਸਤਾ। ਕਹਿੰਦੇ ਜੇ ਤੂੰ ਵਾਕਈ ਬ੍ਰਾਹਮਣ ਹੈ ਤੇ ਬ੍ਰਾਹਮਣੀ ਦੇ ਪੇਟ ਵਿੱਚੋਂ ਜੰਮਿਆ ਹੈ ਤਾਂ ਕਿਸੇ ਹੋਰ ਰਸਤੇ ਬਾਹਰ ਕਿਉਂ ਨਹੀਂ ਆਇਆ। ਸਵਾਲ ਦੇ ਵਿੱਚੋਂ ਭਾਵ ਇਹ ਨਿਕਲਦਾ ਹੈ ਕਿ ਤੇਰੇ ਵਿੱਚ ਫਰਕ ਕੀ ਹੈ, ਅਜਿਹਾ ਕੀ ਫਰਕ ਹੈ, ਅਜਿਹਾ ਕੀ ਖਾਸ ਹੈ ਜੋ ਤੂੰ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਵੱਖਰਾ ਸਮਝਦਾ ਹੈ, ਉੱਤਮ ਸਮਝਦਾ ਹੈ। ਮਾਂ ਦੇ ਪੇਟ 'ਚ ਹੀ ਸ਼ੂਦਰ ਪਲਦੇ ਹਨ ਤੇ ਮਾਂ ਦੇ ਪੇਟ ਦੇ ਵਿੱਚ ਹੀ ਬ੍ਰਾਹਮਣ ਪਲਦੇ ਹਨ। ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਣ ਦਾ ਰਸਤਾ ਵੀ ਦੋਨਾਂ ਦੇ ਲਈ ਇੱਕੋ ਜਿਹਾ ਹੈ। ਪੇਟ ਦੇ ਅੰਦਰ ਉਹਨਾਂ ਦਾ ਵਿਕਾਸ ਵੀ ਇੱਕੋ ਤਰੀਕੇ ਨਾਲ ਹੀ ਹੁੰਦਾ ਹੈ। ਤਾਂ ਫਿਰ ਫਰਕ ਕਿਵੇਂ ਰਹਿ ਗਿਆ, ਕੋਈ ਉੱਤਮ ਤੇ ਕੋਈ ਨੀਵਾਂ ਕਿਵੇਂ ਹੋ ਗਿਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਿਉਂਕਿ ਤੂੰ ਕਿਸੇ ਵੱਖਰੇ ਰਸਤੇ ਨਹੀਂ ਆਇਆ, ਮਾਂ ਦੇ ਪੇਟ 'ਚ ਜੰਮਿਆ ਪਲਿਆ ਤੇ ਮਾਂ ਦੇ ਪੇਟ 'ਚੋਂ ਬਾਹਰ ਆਉਣ ਦਾ ਰਸਤਾ ਵੀ ਤੇਰਾ ਉਹੀ ਸੀ ਜੋ ਮੇਰਾ ਸੀ। ਤਾਂ ਕਬੀਰ ਜੀ ਕਹਿੰਦੇ ਕਿ ਤੂੰ ਬ੍ਰਾਹਮਣ ਕਿਵੇਂ ਹੋ ਗਿਆ, ਮੈਂ ਸ਼ੂਦਰ ਕਿਵੇਂ ਰਹਿ ਗਿਆ, ਸਾਡੇ ਸਰੀਰ ਦੇ ਵਿੱਚ ਲਹੂ ਕਿਵੇਂ ਰਹਿ ਗਿਆ, ਤੇਰੇ 'ਚ ਦੁੱਧ ਕਿਵੇਂ ਹੋ ਗਿਆ। ਭਾਵ ਕਿ ਫਰਕ ਦੱਸ। ਸਾਡੇ ਅੰਦਰ ਵੀ ਲਹੂ ਵਗਦਾ, ਤੇਰੇ ਅੰਦਰ ਵੀ ਲਹੂ ਵਗਦਾ। ਇਹ ਤੇ ਨਹੀਂ ਕਿ ਸਾਡੇ ਅੰਦਰ ਲਹੂ ਤੇ ਤੇਰੇ ਅੰਦਰ ਦੁੱਧ ਵਗਦਾ ਪਿਆ ਹੋਵੇ, ਫਰਕ ਤੇ ਦੱਸ ਕੋਈ। ਤੇ ਆਖਰੀ ਵਾਲੀਆਂ ਪੰਕਤੀਆਂ ਦੇ ਵਿੱਚ ਇਸ ਸ਼ਬਦ ਦੀਆਂ ਦੇ ਵਿੱਚ ਕਬੀਰ ਜੀ ਕਹਿੰਦੇ, ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਪਰਿਭਾਸ਼ਾ ਦਿੰਦੇ ਨੇ ਬ੍ਰਾਹਮਣ ਦੀ। ਕਹਿੰਦੇ ਕਬੀਰ ਇਹ ਆਖ ਕਿ ਜਿਹੜਾ ਇਨਸਾਨ ਬ੍ਰਹਮ ਨੂੰ ਵਿਚਾਰੇ, ਪਰਮਾਤਮਾ ਨੂੰ ਸਿਮਰੇ, ਪਰਮਾਤਮਾ ਨੂੰ ਸਮਝੇ, ਉਹ ਬ੍ਰਾਹਮਣ ਹੈ। ਸਾਡੇ ਤੇ ਕਹਿੰਦੇ ਅਸੀਂ ਉਸੇ ਨੂੰ ਹੀ ਬ੍ਰਾਹਮਣ ਸੱਦਦੇ ਹਾਂ। ਜਨਮ ਤੋਂ ਕੋਈ ਬ੍ਰਾਹਮਣ ਪੈਦਾ ਨਹੀਂ ਹੁੰਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 324ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਭਗਤ ਕਬੀਰ ਜੀ ਦੁਆਰਾ ਲਿਖੇ ਗਏ 5 ਸ਼ਬਦ ਪੜ੍ਹੇ ਨੇ। 5 ਹੀ ਸ਼ਬਦਾਂ ਦੇ ਪ੍ਰਮੁੱਖ ਭਾਵ ਜੋ ਹਨ ਉਹ ਆਪਾਂ ਸਾਰ ਅੰਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਦੁਹਰਾ ਲੈਂਦੇ ਹਾਂ। ਪਹਿਲੇ ਸ਼ਬਦ ਦੇ ਵਿੱਚ ਭਗਤ ਜੀ ਨੇ ਲੋਕ ਲਾਜ ਦੀ ਗੱਲ ਕੀਤੀ ਕਿ ਜੋ ਮਨਮੁਖ ਮਨੁੱਖ ਹਨ ਉਹ ਲੋਕ ਲਾਜ ਦੇ ਪਿੱਛੇ ਫਿਰਦੇ ਹਨ, ਗੁਰਮੁਖਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਲੋਕ ਲਾਜ ਤੋਂ ਉੱਪਰ ਉੱਠ ਚੁੱਕੇ ਹੁੰਦੇ ਨੇ। ਦੂਜੇ ਸ਼ਬਦ ਦੇ ਵਿੱਚ ਪ੍ਰਮਾਤਮਾ ਨੂੰ ਹਾਸਲ ਕਰਨ ਦੇ ਲਈ ਵੱਖ-ਵੱਖ ਤਰੀਕੇ ਅਪਣਾਉਣ ਵਾਲੇ ਲੋਕਾਂ ਦੀ ਗੱਲ ਕੀਤੀ, ਭਾਵੇਂ ਉਹ ਨੰਗੇ ਰਹਿਣ ਵਾਲੇ ਲੋਕ ਹੋਣ, ਸਿਰ ਮਨਾਉਣ ਵਾਲੇ ਲੋਕ ਹੋਣ, ਬਾਲ ਜਤੀ ਰਹਿਣ ਵਾਲੇ ਲੋਕ ਹੋਣ। ਤੇ ਦੱਸਿਆ ਕਿ ਪ੍ਰਮਾਤਮਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਹਾਸਲ ਨਹੀਂ ਹੁੰਦਾ, ਪ੍ਰਮਾਤਮਾ ਤੇ ਬੰਦਗੀ ਕਰਨ ਨਾਲ ਹਾਸਲ ਹੁੰਦਾ ਹੈ। ਤੀਸਰੇ ਸ਼ਬਦ ਦੇ ਵਿੱਚ ਵੀ ਕੁਝ ਇਸ ਪ੍ਰਕਾਰ ਦਾ ਹੀ ਭਾਵ ਭਗਤ ਕਬੀਰ ਜੀ ਲੈ ਕੇ ਚੱਲੇ ਤੇ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਜੋ ਧਾਰਮਿਕ ਪੁਸਤਕਾਂ ਨੂੰ ਨਿਰਾ ਪੜ੍ਹਦੇ ਹਨ, ਉਹਨਾਂ ਦੇ ਵਿਚਲੇ ਸੰਦੇਸ਼ਾਂ ਨੂੰ ਸਮਝਦੇ ਨਹੀਂ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ। ਉਹ ਵੀ ਨਿਰਾ ਹੰਕਾਰ ਹੀ ਇਕੱਠਾ ਕਰਦੇ ਨੇ, ਅਗਿਆਨਤਾ ਇਕੱਠੀ ਕਰਦੇ ਨੇ। ਚੌਥੇ ਸ਼ਬਦ ਦਾ ਭਾਵ ਵੀ ਕੁਝ ਇਸੇ ਪ੍ਰਕਾਰ ਦਾ ਹੀ ਹੈ। ਇੱਥੇ ਲੋਕ ਵਿਖਾਵੇ ਦੀ ਖਾਤਰ ਜਪ ਤਪ ਪੂਜਾ ਬ੍ਰਤ ਆਦਿਕ ਕਰਨ ਵਾਲੇ ਮਨੁੱਖਾਂ ਦੀ ਗੱਲ ਭਗਤ ਕਬੀਰ ਜੀ ਕਰਦੇ ਹਨ ਤੇ ਦੱਸਦੇ ਹਨ ਕਿ ਇਸ ਰਸਤੇ ਤੇ ਚੱਲਿਆਂ ਰੱਬ ਨਹੀਂ ਮਿਲਣਾ। ਜੇ ਰੱਬ ਨੂੰ ਪਾਉਣਾ ਹੈ, ਪ੍ਰਮਾਤਮਾ ਨੂੰ ਹਾਸਲ ਕਰਨਾ ਹੈ ਤਾਂ ਪ੍ਰਮਾਤਮਾ ਦੀ ਭਗਤੀ ਕਰੋ। ਤੇ ਆਖਰੀ ਜੋ ਸ਼ਬਦ ਹੈ ਉਸ ਦੇ ਵਿੱਚ ਬ੍ਰਾਹਮਣ ਦੇ ਨਾਲ ਗੱਲਬਾਤ, ਬ੍ਰਾਹਮਣ ਦੇ ਨਾਲ ਸਵਾਲ ਜਵਾਬ ਕਰਦੇ ਹੋਏ ਕਬੀਰ ਜੀ ਨਜ਼ਰ ਆਉਂਦੇ ਹਨ।
ਬ੍ਰਾਹਮਣ ਨੂੰ ਪੁੱਛਦੇ ਹਨ ਕਿ ਤੂੰ ਵੱਖਰਾ ਕਿਵੇਂ ਹੋਇਆ, ਮਾਂ ਦੇ ਪੇਟ ਦੇ ਵਿੱਚ ਉਵੇਂ ਹੀ ਤੂੰ ਪਲਿਆ ਜਿਵੇਂ ਮੈਂ ਪਲਿਆ, ਤਾਂ ਮੈਂ ਸ਼ੂਦਰ ਤੇ ਤੂੰ ਬ੍ਰਾਹਮਣ ਕਿਵੇਂ ਹੋ ਗਿਆ। ਇੱਕ ਗੱਲ ਧਿਆਨ ਦੇਣ ਯੋਗ ਹੈ ਜੋ ਕਿ ਕਬੀਰ ਜੀ ਨੇ ਕਹੀ ਵੀ ਹੈ ਕਿ ਜੋ ਮਨੁੱਖ ਬ੍ਰਹਮ ਨੂੰ ਵਿਚਾਰਦਾ ਹੈ ਉਹ ਬ੍ਰਾਹਮਣ ਹੈ। ਤੋ ਬ੍ਰਾਹਮਣ ਇੱਕ ਵੰਨਗੀ ਹੈ ਮਨੁੱਖਾਂ ਦੀ। ਜਿਸ ਪ੍ਰਕਾਰ ਜੋ ਪੜ੍ਹਾਉਂਦਾ ਹੈ ਉਹਨੂੰ ਅਸੀਂ ਅਧਿਆਪਕ ਕਹਿ ਲੈਂਦੇ ਹਾਂ, ਜੋ ਪੜ੍ਹਦਾ ਹੈ ਉਹਨੂੰ ਵਿਦਿਆਰਥੀ ਕਹਿੰਦੇ ਹਾਂ, ਜੋ ਇਲਾਜ ਕਰਦਾ ਹੈ ਉਹਨੂੰ ਡਾਕਟਰ ਕਹਿੰਦੇ ਹਾਂ। ਇਸੇ ਪ੍ਰਕਾਰ ਹੀ ਇਸ ਗੱਲ 'ਤੇ ਨਿਰਭਰ ਹੋ ਕੇ ਕਿ ਕੋਈ ਮਨੁੱਖ ਕੰਮਕਾਰ ਕੀ ਕਰਦਾ ਹੈ, ਅਸੀਂ ਵੱਖ-ਵੱਖ ਕੈਟਾਗਰੀਆਂ, ਵੱਖ-ਵੱਖ ਵੰਨਗੀਆਂ ਬਣਾਈਆਂ ਹੋਈਆਂ ਨੇ। ਉਹਨਾਂ ਨੂੰ ਸੰਬੋਧਨ ਕਰਨ ਦੇ ਲਈ ਵੱਖ-ਵੱਖ ਸ਼ਬਦ ਨਿਰਧਾਰਤ ਕੀਤੇ ਹੋਏ ਨੇ। ਉਹਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਕੋਈ ਇੱਕ ਉੱਤਮ ਹੈ ਤੇ ਦੂਜਾ ਨੀਵਾਂ ਹੈ। ਸੋ ਉਹਨਾਂ ਹੀ ਵੰਨਗੀਆਂ ਦੇ ਵਿੱਚੋਂ ਇੱਕ ਵੰਨਗੀ ਬ੍ਰਾਹਮਣ ਹੈ। ਬ੍ਰਹਮ ਦਾ ਵਿਚਾਰ ਕਰਨ ਵਾਲਿਆਂ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਉਹ ਉੱਤਮ ਹੋ ਜਾਂਦੇ ਨੇ ਤੇ ਬਾਕੀ ਦੇ ਨੀਵੇਂ ਰਹਿ ਜਾਂਦੇ ਨੇ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।